ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਕੇ ਮਾਡਲਸ ਤੇ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਜੁੜੇ ਹੋਏ ਕਲਾਕਾਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਆਏ ਹਾਂ। ਜੀ ਹਾਂ, ਅੱਜ ਮੈਂ ਸੰਧੀਰ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਲੈ ਕੇ ਆਇਆ ਪੰਜਾਬੀ ਵਿਰਸੇ ਦੇ ਨਾਲ ਜੁੜੇ ਹੋਏ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜਿਨੇ ਪੰਜਾਬੀ ਵਿਰਸੇ ਤੇ ਪੰਜਾਬੀ ਸੱਭਿਆਚਾਰ ਨੂੰ ਇੱਕ ਵਰਲਡ ਲੈਵਲ ਤੇ ਇੱਕ ਨਵੀਂ ਪਹਿਚਾਣ ਦਿੱਤੀ ਹੈ। ਜੀ ਹਾਂ, ਇਹ ਹੋਰ ਕੋਈ ਨਹੀਂ, ਇਹ ਨੇ ਸਾਡੇ ਨਿਰਮਲ ਜੋੜਾ ਜੀ। ਆਓ ਸਰ, ਇਹਨਾਂ ਨਾਲ ਮੁਲਾਕਾਤ ਕਰਵਾਉਂਦੇ ਹਾਂ ਤੁਹਾਡੀ। ਜੀ ਸੰਦੀਪ ਜੀ। ਜੀ ਸਰ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਸਾਡਾ ਇੱਕ ਵੈਲਿਊਏਬਲ ਟਾਈਮ ਦੇਣ ਦਾ। ਤੇ ਸਰ, ਪੁੱਛਣਾ ਚਾਹੁੰਦੇ ਆ ਕਿ ਤੁਹਾਡੀ ਸ਼ੁਰੂਆਤ ਪੰਜਾਬੀ ਵਿਰਸੇ ਦੇ ਵਿੱਚ, ਪੰਜਾਬੀ ਸੱਭਿਆਚਾਰ ਦੇ ਵਿੱਚ ਕਦੋਂ ਹੋਈ ਤੇ ਕਿੱਦਾਂ ਹੋਈ? ਪੰਜਾਬੀ ਸੰਦੀਪ ਜੀ, ਗੱਲ ਇਹ ਹੈ ਕਿ ਮੇਰਾ ਜਨਮ ਪੰਜਾਬ ਦਾ ਹੋਇਆ, ਪੰਜਾਬੀ ਪਰਿਵਾਰ 'ਚ ਹੋਇਆ। ਮੈਂ ਮਤਲਬ ਸਮਝ ਲਓ ਜੰਮਦਾ ਹੀ ਬੰਦਾ ਜਿਹੜਾ ਹੈਗਾ ਉਹ ਆਪਦੇ ਕਲਚਰ ਦੇ ਵਿੱਚ, ਆਪਦੇ ਸੱਭਿਆਚਾਰ ਦੇ ਵਿੱਚ ਮਤਲਬ ਜੁੜ ਜਾਂਦਾ ਹੈ ਨਾ। ਲੋਰੀਆਂ ਤੋਂ ਲੈ ਕੇ ਸ਼ੁਰੂ ਹੋ ਜਾਂਦੇ ਆ ਗੀਤ ਸਾਰੇ। ਇਸ ਕਰਕੇ ਮੈਂ ਮਤਲਬ ਮੇਰੀ ਮਾਂ ਬੋਲੀ ਪੰਜਾਬੀ ਆ, ਮੈਂ ਪੰਜਾਬ ਦੇ ਵਿੱਚ ਜੰਮਿਆ। ਮੇਰੀਆਂ ਸ਼ੁਰੂ ਤੋਂ ਰਸਮਾਂ ਜਿਹੜੀਆਂ ਉਹ ਪੰਜਾਬੀਅਤ ਨਾਲ ਜੁੜੀਆਂ ਸੀ। ਇਸ ਕਰਕੇ ਮਹਿਸੂਸ ਤਾਂ ਮੈਂ ਇਹੀ ਕਰਦਾ ਕਿ ਮੈਂ ਜਨਮ ਤੋਂ ਹੀ ਜੁੜਿਆ। ਅਤੇ ਹੌਲੀ ਹੌਲੀ ਮੈਨੂੰ ਇਸ ਸੱਭਿਆਚਾਰਕ ਵੰਨਗੀਆਂ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਨਾ। ਭਾਵੇਂ ਮੈਂ ਨਾਟਕ ਰਾਹੀਂ ਜੁੜਿਆ, ਭਾਵੇਂ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਜੁੜਿਆ ਜਾਂ TV ਪ੍ਰੋਗਰਾਮਾਂ ਰਾਹੀਂ ਜੁੜਿਆ, ਅਤੇ ਮਤਲਬ ਹੌਲੀ ਹੌਲੀ ਫਿਰ ਮੈਂ ਜੁੜਦਾ ਗਿਆ। ਅਤੇ ਸਰ, ਪਹਿਲਾ TV ਪ੍ਰੋਗਰਾਮ ਤੁਸੀਂ ਕਦੋਂ ਤੋਂ ਡਾਇਰੈਕਟ ਕੀਤਾ ਜਾਂ ਕਦੋਂ ਲਿਖਿਆ ਤੁਸੀਂ? TV ਪ੍ਰੋਗਰਾਮ ਮੈਂ ਡਾਇਰੈਕਟ ਨਹੀਂ ਕੀਤਾ ਜਾਂ ਲਿਖਿਆ ਨਹੀਂ। TV ਪ੍ਰੋਗਰਾਮ ਦੇ ਵਿੱਚ ਮੈਂ ਭਾਗ ਲਿਆ, ਜਾਨੀ ਅੱਛਾ ਜੀ, ਜਿਵੇਂ ਤੁਸੀਂ ਅੱਜ ਪੇਸ਼ ਕਰ ਰਹੇ ਆ ਮੈਨੂੰ ਹੈ ਨਾ, ਮੈਂ ਇਸ ਤਰ੍ਹਾਂ ਤਰੀਕੇ ਦੇ ਨਾਲ TV ਪ੍ਰੋਗਰਾਮ ਦੇ ਵਿੱਚ ਬਤੌਰ ਸੰਚਾਲਕ ਜਲੰਧਰ ਦੂਰਦਰਸ਼ਨ, ਕਿਉਂਕਿ ਉਸ ਵੇਲੇ ਸਿਰਫ ਜਲੰਧਰ ਦੂਰਦਰਸ਼ਨ ਹੁੰਦਾ ਸੀ, ਚੈਨਲ ਨਹੀਂ ਸੀ ਹੁੰਦੇ ਮਤਲਬ ਇਸ ਤਰ੍ਹਾਂ ਵੀ ਵੱਖ-ਵੱਖ ਚੈਨਲ। ਅਤੇ ਮੈਂ ਜਦੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪੜ੍ਹਦਾ ਸੀ ਤਾਂ ਉਦੋਂ ਮੇਰੀ ਜਲੰਧਰ ਦੂਰਦਰਸ਼ਨ ਦੇ ਵਿੱਚ ਐਂਟਰੀ ਹੋਈ ਬਤੌਰ ਐਂਕਰ। ਅੱਛਾ ਜੀ, ਐਂਕਰ ਦੇ ਤੌਰ 'ਤੇ ਜਾਂ ਨਿਊਜ਼ ਰੀਡਰ ਦੇ ਤੌਰ 'ਤੇ। ਅਤੇ ਮੈਂ ਫਿਰ ਜਲੰਧਰ ਦੂਰਦਰਸ਼ਨ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਮੈਨੂੰ ਕਰਨ ਦਾ ਮੌਕਾ ਮਿਲਿਆ। ਮੈਂ ਇਹ ਵੀ ਮਹਿਸੂਸ ਕਰਦਾ ਕਿ ਬੇਸ਼ੱਕ ਉਹ ਮੌਕਾ ਮੈਨੂੰ ਮਿਲਿਆ ਸੀ ਕਿ ਮੈਂ ਸਟੇਜਾਂ ਦੇ ਉੱਪਰ ਪ੍ਰੋਗਰਾਮ ਕਰਦਾ ਸੀ ਉਦੋਂ ਪਹਿਲਾਂ, ਅਤੇ ਸਟੇਜਾਂ ਤੋਂ ਫਿਰ ਮੈਂ ਦੂਰਦਰਸ਼ਨ 'ਤੇ ਚਲਾ ਗਿਆ। ਪਰ ਦੂਰਦਰਸ਼ਨ 'ਤੇ ਜਾ ਕੇ ਸਿੱਖਿਆ ਬਹੁਤ ਕੁਛ, ਕਿਉਂਕਿ ਜਲੰਧਰ ਦੂਰਦਰਸ਼ਨ ਦੀ ਇੱਕ ਖਾਸੀਅਤ ਹੈ ਕਿ ਜਲੰਧਰ ਦੂਰਦਰਸ਼ਨ ਨੇ ਕਲਾਕਾਰਾਂ ਦੀ ਨਰਸਰੀ ਜਿਹੜੀ ਆ ਉਹ ਪੈਦਾ ਕੀਤੀ ਆ ਉਸ ਵੇਲੇ, ਕਿਉਂਕਿ ਚੈਨਲ ਨਹੀਂ ਸੀ ਹੁੰਦੇ। ਅਤੇ ਜਲੰਧਰ ਦੂਰਦਰਸ਼ਨ ਦੇ ਜਿਹੜੇ ਪ੍ਰੋਡਿਊਸਰ ਸੀ, ਸਾਰੇ ਸੁਹਿਰਦ ਪ੍ਰੋਡਿਊਸਰ ਸੀ, ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਉਹਨਾਂ ਤੋਂ ਸਿੱਖਣ ਦਾ ਮੌਕਾ ਮਿਲਿਆ। ਅਤੇ ਫਿਰ ਜਦੋਂ ਆਪਦੇ ਆਪ ਨੂੰ ਸਕਰੀਨ 'ਤੇ ਬੰਦਾ ਦੇਖਦਾ ਅਤੇ ਆਪਦੀਆਂ ਗਲਤੀਆਂ ਨੋਟ ਕਰਦਾ, ਅਤੇ ਫਿਰ ਉਹਨੂੰ ਹੋਰ ਸਿੱਖਣ ਦਾ ਮੌਕਾ ਮਿਲਦਾ ਕਿ ਮੈਂ ਆਹ ਸ਼ਬਦ ਗਲਤ ਬੋਲਿਆ, ਮੈਂ ਇੱਥੇ ਫੰਬਲ ਕਰ ਗਿਆ, ਮੈਨੂੰ ਇੱਥੇ ਆਹ ਗੱਲ ਕਰਨੀ ਚਾਹੀਦੀ ਸੀ। ਤਾਂ ਫਿਰ ਹੌਲੀ ਹੌਲੀ ਤੁਹਾਡੇ ਵਿੱਚ ਇੱਕ ਇੰਪਰੂਵਮੈਂਟ ਲੈ ਕੇ ਆਉਂਦਾ। ਮੈਂ ਉਦੋਂ ਵਿਦਿਆਰਥੀ ਸੀ, MSc ਕਰਦਾ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ। ਤਾਂ ਉਦੋਂ ਫਿਰ ਮੈਂ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ ਔਰ ਲਗਾਤਾਰ ਕੀਤੇ ਔਰ ਹੁਣ ਤੱਕ ਕਰ ਰਿਹਾ। ਜੀ ਸਰ, ਬਹੁਤ ਤੁਹਾਨੂੰ ਕੰਗ੍ਰੈਚੁਲੇਸ਼ਨਸ ਜੋ ਤੁਸੀਂ ਅੱਜ ਤੱਕ ਪੰਜਾਬੀ ਵਿਰਸੇ ਦੇ ਵਿੱਚ ਇੱਕ ਬਹੁਤ ਵੱਡੀ ਦੇਣ ਦਿੱਤੀ ਹੈ ਪੰਜਾਬੀ ਵਿਰਸੇ ਨੂੰ। ਅਤੇ ਸਰ, ਤੁਸੀਂ ਪੰਜਾਬੀ ਜਿਹੜਾ ਮਿਸ ਵਰਲਡ ਪੰਜਾਬਨ ਹੁੰਦਾ ਸ਼ੋਅ, ਉਹਦੇ ਤੁਸੀਂ ਐਂਕਰ ਵੀ ਰਹੇ ਹੋ। ਇਹ ਤੁਸੀਂ ਕਦੋਂ ਤੋਂ ਐਂਕਰਿੰਗ ਸਟਾਰਟ ਕੀਤੀ ਪੰਜਾਬੀ? ਮਿਸ ਵਰਲਡ ਪੰਜਾਬਨ ਦਾ ਜਿਹੜਾ ਸ਼ੋਅ ਆ ਉਹ ਸਰਦਾਰ ਜਸਮੇਰ ਸਿੰਘ ਢੱਟ ਹੋਰਾਂ ਨੇ ਸੱਭਿਆਚਾਰਕ ਸਾਥ ਪੰਜਾਬ ਵੱਲੋਂ 1993 ਦੇ ਵਿੱਚ ਸ਼ੁਰੂ ਕੀਤਾ ਸੀ। ਉਦੋਂ ਵੀ ਮੈਂ ਪੜ੍ਹਦਾ ਸੀ, ਸਟੂਡੈਂਟ ਸੀ, ਢੱਟ ਸਾਹਿਬ ਨਾਲ ਮੇਰੀ ਦੋਸਤੀ ਸੀ ਅਤੇ ਅਸੀਂ ਉਸ ਪ੍ਰੋਗਰਾਮ ਨੂੰ ਪੇਸ਼ ਕੀਤਾ। ਪਰ ਉਸ ਤੋਂ ਬਾਅਦ ਲਗਾਤਾਰ ਹੁਣ ਤੱਕ ਮਤਲਬ ਤੁਸੀਂ ਲਾ ਲਓ ਕਿ 1993 ਤੋਂ ਲੈ ਕੇ ਕਿੰਨੇ ਸਾਲ ਮਤਲਬ ਹੋ ਗਏ ਹੈ ਨਾ, 30 ਸਾਲ ਤੋਂ ਵੀ ਉੱਪਰ ਸਮਾਂ ਲਗਭਗ ਹੁਣ ਹੋ ਚੱਲਿਆ, ਮਤਲਬ ਜਿੰਨਾ ਵੀ ਇਹ ਟਾਈਮ ਹੈਗਾ। ਔਰ ਉਹ ਸ਼ੋਅ ਆ ਜਿਹੜਾ ਮਿਸ ਵਰਲਡ ਪੰਜਾਬਣ ਦਾ, ਉਹ ਬਹੁਤ ਸਥਾਪਿਤ ਹੋਇਆ ਅੰਤਰਰਾਸ਼ਟਰੀ ਪੱਧਰ 'ਤੇ। ਕਿਉਂਕਿ ਉਹ ਸ਼ੋਅ ਦੇ ਵਿੱਚ ਜਿਹੜੀ ਖਾਸੀਅਤ ਸੀ ਮਿਸ ਵਰਲਡ ਪੰਜਾਬਣ ਦੇ ਵਿੱਚ ਸੀ ਕਿ ਉਹਦੇ ਵਿੱਚ ਜਿਹੜੀ ਕਿ ਆਪਦੇ ਕਲਚਰ ਨਾਲ, ਆਪਦੇ ਸੱਭਿਆਚਾਰ ਨਾਲ, ਆਪਦੀਆਂ ਰਸਮਾਂ ਨਾਲ, ਰੀਤਾਂ ਨਾਲ ਜੁੜਨ ਦਾ ਇੱਕ ਕੁੜੀਆਂ ਨੂੰ ਮੌਕਾ ਮਿਲਦਾ ਸੀਗਾ। ਉਹ ਕੋਈ ਕੈਟ ਵਾਕ ਨਹੀਂ ਸੀਗੀ ਜਾਂ ਫੈਸ਼ਨ ਸ਼ੋਅ ਨਹੀਂ ਸੀਗਾ ਮਤਲਬ ਇਸ ਤਰ੍ਹਾਂ ਦਾ। ਉਹ ਘਰ ਦੇ ਵੀ ਮਾਣ ਮਹਿਸੂਸ ਕਰਦੇ ਸੀ ਕੁੜੀਆਂ ਦੇ ਕਿ ਸਾਡੀਆਂ ਕੁੜੀਆਂ ਇਹਦੇ ਵਿੱਚ ਪਾਰਟੀਸਪੇਟ ਕਰਨ। ਅਤੇ ਫਿਰ ਉਹ ਹੌਲੀ ਹੌਲੀ ਪੰਜਾਬ ਤੋਂ ਲੈ ਕੇ ਮਤਲਬ ਹੋਰ ਰਾਜਾਂ ਤੱਕ ਪਹੁੰਚਿਆ, ਰਾਜਾਂ ਤੋਂ ਫਿਰ ਹੋਰ ਦੇਸ਼ਾਂ ਤੱਕ ਪਹੁੰਚਿਆ, ਅਤੇ ਇੱਥੋਂ ਤੱਕ ਵੀ ਉਹਦਾ ਪਿਛਲੇ ਸਾਲ ਅਸੀਂ ਫਾਈਨਲ ਮੁਕਾਬਲਾ ਜਿਹੜਾ ਦਾ ਉਹ ਕੈਨੇਡਾ ਦੇ ਵਿੱਚ ਹੋਇਆ। ਮਤਲਬ ਹਰ ਦੇਸ਼ ਦੇ ਵਿੱਚ ਲਗਭਗ ਉਹ ਹੁੰਦਾ। ਸੋ ਉਹ ਸ਼ੋਅ ਬਹੁਤ ਵਧੀਆ ਰਿਹਾ। ਸਰ, ਕਈ ਤੁਸੀਂ ਪੰਜਾਬੀ ਨਾਟਕ ਵੀ ਲਿਖੇ ਨੇ, ਤੁਹਾਡੇ ਅਖਬਾਰਾਂ ਵਿੱਚ ਲੇਖ ਵੀ ਛਪਦੇ ਰਹੇ ਨੇ। ਅਤੇ ਸਰ, ਸਾਨੂੰ ਕੁਝ ਦੱਸੋ ਤੁਹਾਡੇ ਜਿਹੜੇ ਪੰਜਾਬੀ ਨਾਟਕ ਤੁਸੀਂ ਜਿਹੜੇ ਬਹੁਤ ਮਸ਼ਹੂਰ ਹੋਏ ਨੇ, ਕੁਛ ਇਹਨਾਂ ਬਾਰੇ। ਮੈਂ ਅਸਲ ਦੇ ਵਿੱਚ ਕਿਉਂਕਿ ਮੇਰਾ ਜਿਹੜਾ ਆਪਦਾ ਫੀਲਡ ਆ ਉਹ ਨਾਟਕ ਹੀ ਆ ਕਿ ਮੈਂ ਜਦੋਂ ਪੜ੍ਹਦਾ ਸੀ, ਮੈਂ ਆਪਣੇ ਪਿੰਡ ਬਿਲਾਸਪੁਰ ਤੋਂ ਮੈਂ ਪਾਸ ਕੀਤੀ 10ਵੀਂ। ਫਿਰ ਮੈਂ ਪੱਤੋ ਹੀਰਾ ਸਿੰਘ ਪੜ੍ਹਿਆ, ਫਿਰ ਮੈਂ ਗੌਰਮੈਂਟ ਕਾਲਜ ਫਰੀਦਕੋਟ ਪੜ੍ਹਿਆ, ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪੜ੍ਹਿਆ। ਮੈਂ ਆਪਣੀ ਪੜ੍ਹਾਈ ਦੇ ਦੌਰਾਨ ਨਾਟਕ ਨਾਲ ਜੁੜਿਆ ਰਿਹਾ ਮਤਲਬ ਯੂਥ ਫੈਸਟੀਵਲਾਂ ਦੇ ਵਿੱਚ ਮੈਂ ਨਾਟਕਾਂ 'ਚ ਪਾਰਟੀਸਪੇਟ ਕੀਤਾ। ਇੱਥੋਂ ਹੀ ਫਿਰ ਮੇਰੀ ਲਿਖਣ ਵਾਲੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋ ਗਈ ਕਿ ਮੈਂ ਹੌਲੀ ਹੌਲੀ ਨਾਟਕ ਲਿਖੇ। ਮੇਰੇ ਕੋਲੇ ਜਿਹੜੇ ਸਮਾਜ ਦੇ ਵਿੱਚ ਵਿਚਰਦੇ ਆ, ਕਿਉਂਕਿ ਮੈਨੂੰ ਕਲਚਰਲ ਪ੍ਰੋਗਰਾਮਾਂ ਦੇ ਦੌਰਾਨ, ਜਦੋਂ ਮੈਂ ਸੱਭਿਆਚਾਰਕ ਮੇਲਿਆਂ ਦੇ ਦੌਰਾਨ ਮੈਨੂੰ ਪੰਜਾਬ ਦਾ ਜਾਂ
ਦੂਜੇ ਸੂਬਿਆਂ 'ਚ ਘੁੰਮਣ ਦਾ ਮੌਕਾ ਬਹੁਤ ਮਿਲਿਆ ਤੇ ਮੈਨੂੰ ਇੱਕ ਵਿਸ਼ੇ ਮਿਲਦੇ ਸੀ ਉੱਥੋਂ, ਸਬਜੈਕਟ ਮਿਲ ਜਾਂਦਾ ਸੀ। ਮਤਲਬ ਮੈਂ ਕਈ ਵਾਰੀ ਮੁੰਡਿਆਂ ਨਾਲ ਗੱਲ ਕਰਨੀ ਜਾਂ ਨੌਜਵਾਨਾਂ ਨਾਲ ਗੱਲ ਕਰਨੀ, ਹੋਰ ਕਿਸੇ ਪਾਤਰ ਨਾਲ ਗੱਲ ਕਰਨੀ, ਤੇ ਮੇਰਾ ਜੀ ਕਰਨਾ ਕਿ ਇਹਨੂੰ ਮੈਂ ਨਾਟਕ ਦੇ ਰੂਪ ਵਿੱਚ ਲਿਖਾਂ। ਉੱਥੋਂ ਫਿਰ ਮੇਰੇ ਮਨ ਦੇ ਵਿੱਚ ਆਇਆ ਤੇ ਮੈਂ ਨਾਟਕ ਲਿਖੇ। ਵਾਪਸੀ ਨਾਟਕ ਲਿਖਿਆ ਜਿਹੜਾ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੇ ਵਿਰਸੇ ਨਾਲ, ਸਾਡੇ ਆਪਣੇ ਕਿੱਤੇ ਨਾਲ ਜੋੜਨ ਦੀ ਗੱਲ ਕਰਦਾ। ਮੈਂ ਸਵਾਮੀ ਨਾਟਕ ਲਿਖਿਆ ਜਿਹੜੇ ਡੇਰਾਵਾਦ ਵੱਧ ਰਿਹਾ, ਸਾਡਾ ਅੰਧ ਵਿਸ਼ਵਾਸ ਵੱਧ ਰਿਹਾ, ਉਹਦੇ ਉੱਪਰ। ਸੌਦਾਗਰ ਨਾਟਕ ਪੰਜਾਬ ਦੇ ਵਿੱਚ ਨਸ਼ਿਆਂ ਦੀ ਜਿਹੜੀ ਹਾਲਤ ਇਸ ਵੇਲੇ ਹੋਈ ਆ, ਉਹ ਜਿਹੜੇ ਨਸ਼ਿਆਂ ਦੇ ਸੌਦਾਗਰ ਆ ਉਹਨਾਂ ਬਾਰੇ ਉਹ ਨਾਟਕ ਹੈਗਾ। ਮੈਂ ਕੈਨੇਡਾ ਦੇ ਵਿੱਚ ਜਾ ਕੇ ਗੁਰੂਕੁਲ ਆਰਟਸ ਅਕੈਡਮੀ ਦੇ ਵਿੱਚ ਉੱਥੋਂ ਦੇ ਬੱਚਿਆਂ ਨੂੰ ਨਾਟਕ ਤਿਆਰ ਕਰਵਾਇਆ, ਮਾਤਾ ਗੁਜਰੀ ਸਾਕਾ ਸਰਹੰਦ, ਉੱਥੋਂ ਦੇ ਬੱਚਿਆਂ ਨੇ ਉਹ ਨਾਟਕ ਕੀਤਾ। ਮੈਨੂੰ ਖੁਸ਼ੀ ਇਸ ਗੱਲ ਦੀ ਹੋਈ। ਤੇ ਇਹ ਜਿਹੜੇ ਨਾਟਕ ਹੈ, ਮਤਲਬ ਇਹਨਾਂ ਦਾ ਕੋਈ ਨਾ ਕੋਈ ਵਿਸ਼ਾ ਲੈ ਕੇ, ਮੈਂ ਜਿਹੜਾ ਵਿਸ਼ਾ ਸਮਾਜ ਨੂੰ ਚੰਗਾ ਸੁਨੇਹਾ ਦੇਵੇ, ਕਿਉਂਕਿ ਸਿਆਣੇ ਕਹਿੰਦੇ ਆ ਕਿ ਕਲਾ ਉਹ ਹੁੰਦੀ ਹੈ ਜਿਹੜੀ ਕੋਈ ਸੁਨੇਹਾ ਦੇਵੇ, ਜਾਂ ਜਦੋਂ ਤੁਸੀਂ ਕੋਈ ਸੁਨੇਹਾ ਦੇਣਾ ਹੋਵੇ ਉਦੋਂ ਤੁਸੀਂ ਕਲਾ ਨੂੰ ਵਰਤੋ। ਮਤਲਬ ਇੱਕ ਕਹਾਵਤ ਹੈ ਸਾਡੀ। ਸੋ ਅਸੀਂ ਹਮੇਸ਼ਾ, ਮੈਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਨਾਟਕਾਂ ਰਾਹੀਂ ਸਮਾਜਿਕ ਕੋਈ ਸੁਨੇਹਾ ਜਿਹੜਾ ਉਹ ਦੇਵਾਂ। ਜਾਂ ਜਿਹੜੇ ਮੈਂ ਲੇਖ ਅਖਬਾਰਾਂ ਦੇ ਵਿੱਚ ਲਿਖਦਾ, ਉਹ ਮੇਰੇ ਪੜ੍ਹਨ ਵਾਲਿਆਂ ਨੂੰ ਪਤਾ, ਜਿਹੜੇ ਮੇਰੇ ਲੇਖ ਪੜ੍ਹਦੇ ਆ, ਕਿ ਉਹ ਵੀ ਮੈਂ ਇੱਕ ਛੋਟੇ ਨਾਟਕ ਦੇ ਥੀਏਟਰੀਕਲ ਰੂਪ ਦੇ ਵਿੱਚ ਹੀ ਲਿਖਦਾ, ਕਿਉਂਕਿ ਘਟਨਾ ਮੈਨੂੰ ਮਿਲ ਜਾਂਦੀ, ਉਹ ਘਟਨਾ ਦਾ ਕੋਈ ਚੰਗਾ ਸੁਨੇਹਾ ਹੁੰਦਾ ਜਾਂ ਸੋਹਣਾ ਜਾਂ ਮਤਲਬ ਦਿਲਚਸਪ ਗੱਲ ਹੁੰਦੀ ਹੈ, ਤਾਂ ਮੈਂ ਉਹਨੂੰ ਉਸ ਤਰ੍ਹਾਂ ਲਿਖ ਕੇ ਤੇ ਫਿਰ ਅਖਬਾਰਾਂ ਦੇ ਵਿੱਚ ਉਹ ਛਪ ਜਾਂਦਾ ਜਾਂ ਰਸਾਲਿਆਂ 'ਚ ਛਪ ਜਾਂਦਾ। ਕਿਤਾਬ ਵੀ ਮੇਰੀ ਇੱਕ ਹੁਣ ਜਿਹੜੀ ਆ ਉਹ ਲੇਖਾਂ ਦੀ ਆ ਰਹੀ ਆ, ਨਾਟਕਾਂ ਦੀ ਕਿਤਾਬਾਂ ਦੇ ਨਾਲ ਨਾਲ। ਸਰ, ਤੁਹਾਨੂੰ ਕੋਈ ਲੇਖਕ ਜੋ ਤੁਹਾਡੀ ਲਾਈਫ ਦੇ ਵਿੱਚ ਕਿਸੇ ਨੇ ਇੰਸਪਾਇਰ ਕੀਤਾ ਹੋਏ, ਜਾਂ ਫਿਰ ਕੋਈ ਤੁਹਾਨੂੰ ਆਥਰ ਨੇ ਇੰਸਪਾਇਰ ਕੀਤਾ ਹੋਏ? ਬਿਲਕੁਲ। ਦੇਖੋ, ਜਦੋਂ ਤੁਸੀਂ ਕੁਛ ਲਿਖਣਾ ਹੁੰਦਾ ਤਾਂ ਇਹ ਜ਼ਰੂਰੀ ਹੈ ਕਿ ਪਹਿਲਾਂ ਪੜ੍ਹਦੇ ਹਾਂ। ਬੰਦਾ ਉਹੀ ਲਿਖ ਸਕਦਾ ਜਿਹੜਾ ਬੰਦਾ ਕਿਤੇ ਪੜ੍ਹਦਾ ਹੋਵੇ। ਸੋ ਮੈਂ ਨਾਟਕ ਪੜ੍ਹਦਾ ਰਿਹਾ, ਲਿਖਦਾ ਰਿਹਾ। ਨਾਟਕ ਦੇ ਖੇਤਰ ਦੇ ਵਿੱਚ ਮੈਂ ਬਹੁਤ ਸਾਰੇ ਅੱਛੇ ਸਾਡੇ ਨਾਟਕਕਾਰ ਹੈ, ਅਜਮੇਰ ਔਲਖ ਹੈ, ਸਰਦਾਰ ਗੁਰਸ਼ਰਨ ਸਿੰਘ ਹੋਰੀਆਂ, ਆਤਮਜੀਤ ਹੋਰਾਂ ਦੇ ਨਾਟਕ ਮੈਂ ਪੜ੍ਹੇ, ਲਿਖੇ, ਮਤਲਬ ਖੇਡੇ। ਔਰ ਇਸੇ ਤਰ੍ਹਾਂ ਹੀ ਮਤਲਬ ਪਾਲੀ ਭੁਪਿੰਦਰ ਸਿੰਘ ਹੋਰਾਂ ਦੇ, ਕਿਉਂਕਿ ਪਾਲੀ ਭੁਪਿੰਦਰ ਵੀ ਮੇਰੇ ਕਲਾਸ ਫੈਲੋ, ਮੇਰੇ ਸੀਨੀਅਰ ਸੀ, ਤੇ ਉਹਨਾਂ ਦੇ ਨਾਲ ਨਾਟਕ ਕਰਨ ਦਾ ਮੌਕਾ ਮਿਲਿਆ। ਸੋ ਜਦੋਂ ਤੁਸੀਂ ਇਸ ਤਰ੍ਹਾਂ ਦੇ ਲੇਖਕਾਂ ਨੂੰ, ਉਹਨਾਂ ਦੀਆਂ ਰਚਨਾਵਾਂ ਨੂੰ ਪੜ੍ਹਦੇ ਆ, ਤਾਂ ਤੁਸੀਂ ਅੰਦਰੋਂ ਵੀ ਤੁਹਾਡੇ ਬਹੁਤ ਕੁਝ ਫੁੱਟਦਾ ਕਿ ਤੁਸੀਂ ਵੀ ਕੁਝ ਲਿਖੋ। ਸਰ, ਤੁਹਾਨੂੰ ਪੰਜਾਬ ਸਰਕਾਰ ਨੇ ਵੀ ਸਨਮਾਨਿਤ ਕੀਤਾ ਹੈ, ਕਈ ਅਵਾਰਡਸ ਦਿੱਤੇ ਨੇ, ਤੁਹਾਨੂੰ ਬਾਹਰ ਵੀ ਬੁਲਾ ਕੇ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਸਨਮਾਨਿਤ ਕੀਤਾ ਜਾਂਦਾ ਹੈ, ਤੁਹਾਨੂੰ ਬਹੁਤ ਰੈਕੋਗਨੀਸ਼ਨਸ ਮਿਲਦੀਆਂ। ਤੁਹਾਨੂੰ ਕੀ ਲੱਗਦਾ, ਕਿ ਕਿੱਦਾਂ ਦਾ ਲੱਗਦਾ ਸਰ ਇਹ ਅਵਾਰਡਸ ਲੈ ਕੇ? ਦੇਖੋ, ਮੈਂ ਮਹਿਸੂਸ ਕਰਦਾ, ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ ਕਿ ਜਦੋਂ ਤੁਹਾਨੂੰ ਕੋਈ ਮਾਨ ਸਨਮਾਨ ਮਿਲਦਾ, ਕਿਤੋਂ ਵੀ ਮਿਲੇ, ਭਾਵੇਂ ਉਹ ਸਰਕਾਰ ਦੇਵੇ, ਭਾਵੇਂ ਤੁਹਾਨੂੰ ਲੋਕਾਂ ਦੀ ਕੋਈ ਸੰਸਥਾ ਦੇਵੇ, ਦੇਸ਼ 'ਚ ਦੇਵੇ, ਵਿਦੇਸ਼ 'ਚ ਦੇਵੇ, ਅਸਲ ਦੇ ਵਿੱਚ ਉਹ ਤੁਹਾਡੇ ਲਈ ਮੋਟੀਵੇਸ਼ਨ ਹੁੰਦੀ ਹੈ ਕਿ ਤੁਸੀਂ ਹੋਰ ਕੁਝ ਅੱਗੇ ਕਰੋ। ਔਰ ਮੈਨੂੰ ਵੀ ਇਸ ਗੱਲ ਦਾ ਜਿਹੜਾ ਮਾਣ ਹੈ, ਜਾਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਪੰਜਾਬ ਗੌਰਮੈਂਟ ਦੇ ਭਾਸ਼ਾ ਵਿਭਾਗ ਦਾ ਵੀ ਆ, ਉਹਨਾਂ ਨੇ ਮਤਲਬ ਮੇਰੀ ਕਿਤਾਬ ਆ ਜਿਹੜੀ ਸੌਦਾਗਰ, ਉਹਨੂੰ ਰਿਕੋਗਨਾਈਜ਼ ਕੀਤਾ। ਇਸੇ ਤਰ੍ਹਾਂ ਗੁਰੂਕੁਲ ਆਰਟਸ ਅਕੈਡਮੀ ਹੈ ਜਿਹੜੀ ਟੋਰਾਂਟੋ ਦੇ ਵਿੱਚ, ਠੀਕ ਹੈ, ਜਾਂ ਇੰਗਲੈਂਡ ਦੇ ਵਿੱਚ ਡਾਕਟਰ ਤਾਰਾ ਸਿੰਘ ਆਲਮਹੂਰੀ ਬੈਠੇ ਆ। ਇਹਨਾਂ ਸਾਰੇ ਦੋਸਤਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਤੇ ਮੈਨੂੰ ਚੰਗਾ ਲੱਗਿਆ। ਮਤਲਬ ਹੋਣਾ ਵੀ ਚਾਹੀਦਾ ਸਾਡੇ। ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਆਉਣ ਵਾਲੇ ਲੇਖਕ ਹੈ, ਨੌਜਵਾਨ ਹੈ, ਯੂਥ ਹੈ, ਉਹਨਾਂ ਨੂੰ ਵੀ ਅਸੀਂ ਐਪਰੀਸ਼ੀਏਟ ਕਰੀਏ, ਉਹਨਾਂ ਦਾ ਮਾਣ ਤਾਣ ਕਰੀਏ, ਸਨਮਾਨ ਕਰੀਏ, ਤਾਂ ਕਿ ਉਹਨਾਂ ਨੂੰ ਲੱਗੇ ਕਿ ਅਸੀਂ ਕੁਝ ਕਰ ਰਹੇ ਹਾਂ ਤੇ ਸਾਨੂੰ ਕਰਨਾ ਚਾਹੀਦਾ। ਬਿਲਕੁਲ ਸਰ। ਅੱਜ ਕੱਲ੍ਹ ਜਿਵੇਂ ਕਾਲਜਿਸ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਯੂਥ ਫੈਸਟੀਵਲ ਹੁੰਦੇ ਨੇ, ਤੇ ਇਹਨਾਂ ਦਾ ਤੁਹਾਨੂੰ ਕੀ ਲੱਗਦਾ ਕਿ ਪੰਜਾਬੀ ਸੱਭਿਆਚਾਰਕ ਦੇ ਵਿੱਚ ਕੀ ਯੋਗਦਾਨ ਹੈ? ਕੀ ਪੰਜਾਬੀ ਵਿਰਸੇ ਦੇ ਵਿੱਚ ਇਹ ਕੀ ਯੋਗਦਾਨ ਪਾਉਂਦੇ ਨੇ? ਕੀ ਇਹ ਨਵੀਂ ਪੀੜ੍ਹੀ ਨੂੰ ਕੀ ਸਿੱਖਿਆ ਦਿੰਦੇ ਨੇ ਪੰਜਾਬੀ ਵਿਰਸਾ ਬਾਰੇ? ਬਹੁਤ ਵੱਡਾ ਯੋਗਦਾਨ ਹੈ ਸੰਧੀਰ ਜੀ। ਦੇਖੋ ਕਿ ਮੈਂ ਮਹਿਸੂਸ ਕਰਦਾ, ਕਿਉਂਕਿ ਮੈਂ ਯੂਨੀਵਰਸਿਟੀ ਨਾਲ ਜੁੜਿਆ। ਮੈਂ ਇੱਕ ਯੂਨੀਵਰਸਿਟੀ ਨਾਲ ਨਹੀਂ ਜੁੜਿਆ, ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪੜ੍ਹਿਆ, ਮੈਂ ਉੱਥੇ ਨੌਕਰੀ ਵੀ ਕੀਤੀ। ਉਸ ਤੋਂ ਬਾਅਦ ਮੈਂ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਬਤੌਰ ਡਾਇਰੈਕਟਰ ਯੂਥ ਵੈਲਫੇਅਰ ਮਤਲਬ ਕੰਮ ਕਰ ਰਿਹਾ। ਜਿਹੜੇ ਸਾਡੇ ਯੂਥ ਫੈਸਟੀਵਲ ਆ ਯੂਨੀਵਰਸਿਟੀਆਂ ਦੇ, ਇਹ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਜਾਂ ਉਹਨਾਂ ਦੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਦਾ ਬਹੁਤ ਵੱਡਾ ਇੱਕ ਸਾਧਨ ਹੈ। ਮਤਲਬ ਕਿ ਸਿਲੇਬਸ ਦੀ ਪੜ੍ਹਾਈ ਦੇ ਨਾਲ ਨਾਲ ਤੁਸੀਂ ਜਦੋਂ ਸੰਗੀਤ ਦੀ ਗੱਲ ਕਰਦੇ ਆ, ਤੁਸੀਂ ਸਾਹਿਤ ਦੀ ਗੱਲ ਕਰਦੇ ਆ, ਤੁਸੀਂ ਫਾਈਨ ਆਰਟਸ ਦੀ ਗੱਲ ਕਰਦੇ ਆ, ਤਾਂ ਤੁਹਾਡੀ ਪ੍ਰਤਿਭਾ ਜਿਹੜੀ ਸਾਡੇ ਨੌਜਵਾਨਾਂ ਦਾ ਜਿਹੜਾ ਹੁਨਰ ਹੈ ਉਹ ਉੱਭਰ ਕੇ ਸਾਹਮਣੇ ਆਉਂਦਾ। ਔਰ ਯੂਥ ਫੈਸਟੀਵਲ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿਹੜਾ ਸਾਡੀ ਨੌਜਵਾਨ ਪੀੜ੍ਹੀ ਨੂੰ ਅੱਗੇ ਉੱਭਰਨ ਦਾ ਮੌਕਾ ਦਿੰਦਾ ਕਲਾ ਦੇ ਖੇਤਰ ਦੇ ਵਿੱਚ। ਤੁਸੀਂ ਦੇਖ ਲਓ, ਮਤਲਬ ਜੇ ਪੰਜਾਬ ਦੇ ਯੂਥ ਫੈਸਟੀਵਲਾਂ ਦੀ ਮੈਂ ਗੱਲ ਕਰਾਂ ਤਾਂ 94 ਨਾਮ, ਮਤਲਬ ਜੇ ਚਲੋ ਸਾਰੇ ਨਾਮ ਹੀ ਨਾ ਲੈਣੇ ਹੋਣ, ਤਾਂ ਉਹਦੇ ਵਿੱਚ ਤੁਸੀਂ ਮੰਨ ਕੇ ਚੱਲੋ ਕਿ ਦਿਵਿਆ ਦੱਤਾ, ਗੁਰਦਾਸ ਮਾਨ, ਕਲਾਕਾਰੀ ਦੇ ਖੇਤਰ ਦੇ ਵਿੱਚੋਂ ਜਸਵੀਰ ਜੱਸੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਭਗਵੰਤ ਮਾਨ,
ਮਤਲਬ ਇਸ ਤਰ੍ਹਾਂ ਦੇ ਸੁਖਵਿੰਦਰ ਸੁੱਖੀ, ਇਸ ਤਰ੍ਹਾਂ ਦੇ ਕਲਾਕਾਰ ਜਿਹੜੇ ਆ ਉਹ ਇਹਨਾਂ ਯੂਥ ਫੈਸਟੀਵਲਾਂ ਨੇ ਦਿੱਤੇ ਆ। ਪੰਮੀ ਬਾਈ ਸਾਡੇ ਕੋਲੇ ਆ, ਸੁਰਜੀਤ ਬਿੰਦ ਰੱਖਿਆ ਸੀ, ਸਰਬਜੀਤ ਚੀਮਾ, ਠੀਕ ਹੈ, ਔਰ ਮਲਕੀਤ ਹੋਰੀ, ਇਹ ਸਾਰੇ ਯੂਥ ਫੈਸਟੀਵਲਾਂ ਦੇ ਵਿੱਚੋਂ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਪ੍ਰਤਿਭਾ ਜਿਹੜੀ ਸਾਨੂੰ ਮਿਲਦੀ ਆ, ਇਕੱਲੇ ਆਰਟ ਦੇ ਖੇਤਰ 'ਚ ਨਹੀਂ, ਸਮਾਜਿਕ ਦੇ ਸਾਡੇ ਚੰਗੇ ਲੀਡਰ ਆ ਜਿਹੜੇ, ਮਤਲਬ ਜਿੰਨੇ ਵੀ ਕਲਾਕਾਰ ਆ, ਮਤਲਬ ਆਪਣੇ ਪੋਲੀਟੀਕਲ ਲੀਡਰ ਆ, ਉਹ ਜਿਹੜੇ ਯੂਥ ਫੈਸਟੀਵਲਾਂ 'ਚ ਉੱਭਰ ਕੇ ਆਏ ਆ, ਤਾਂ ਉਹਨਾਂ ਦੇ ਮਤਲਬ ਇੱਕ ਤਕਨੀਕ ਆ ਜਿਹੜੀ ਉਹਨਾਂ ਨੂੰ ਭਾਸ਼ਣ ਦੀ ਜਾਂ ਲੀਡਰਸ਼ਿਪ ਕੁਆਲਿਟੀ ਆ, ਉਹ ਵੀ ਉਹਨਾਂ ਦੇ ਵਿੱਚ ਆਉਂਦੀ ਆ। ਜੀ ਸਰ। ਤੇ ਸਰ ਪਿੰਡਾਂ ਦੇ ਵਿੱਚ ਜਿਵੇਂ ਬਹੁਤ ਵੱਡੇ ਪਹਿਲਾਂ ਇੱਕ ਮੇਲੇ ਲੱਗਦੇ ਸੀ, ਸੱਭਿਆਚਾਰਕ ਮੇਲੇ ਲੱਗਦੇ ਸੀ, ਉਹਨਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੁਣ ਅੱਜ ਦੇ ਟਾਈਮ ਦੇ ਵਿੱਚ ਕੀ ਤਬਦੀਲੀ ਆਈ ਹੈ? ਦੇਖੋ, ਪੰਜਾਬ ਸੰਧੀਰ ਜੀ ਮੇਲਿਆਂ ਦੀ ਧਰਤੀ ਆ ਜੀ, ਠੀਕ ਹੈ। ਪੰਜਾਬ ਦੇ ਵਿੱਚ ਮੇਲੇ ਲੱਗਦੇ ਆ, ਪੰਜਾਬ ਦੇ ਵਿੱਚ ਦਿਨ ਤਿਉਹਾਰ ਮਨਾਏ ਜਾਂਦੇ ਆ, ਉਤਸਵ ਮਨਾਏ ਜਾਂਦੇ ਆ, ਤੇ ਕਿਸੇ ਵੇਲੇ ਤਾਂ ਮਤਲਬ ਮੇਲੇ ਜਿਵੇਂ ਵਿਸਾਖੀ ਦਾ ਮੇਲਾ, ਠੀਕ ਹੈ ਨਾ, ਲੋਕਾਂ ਵੇਖਣਾ ਵਿਸਾਖੀ ਵਾਲਾ ਮੇਲਾ, ਅਸਾਂ ਤੇਰੀ ਤੋਰ ਵੇਖਣੀ, ਚੱਲ ਚੱਲੀਏ ਜਰਗ ਦੇ ਮੇਲੇ, ਮੁੰਡਾ ਤੇਰਾ ਮੈਂ ਚੱਕ ਲੂੰ, ਮਤਲਬ ਇਹ ਜਿਹੜੀਆਂ ਗੱਲਾਂ ਬਣੀਆਂ ਸੀ ਕਿ ਮੇਲੇ ਵੱਡੇ ਲੱਗਦੇ ਸੀ, ਹੈ ਨਾ, ਗੁੱਗਾ ਪੀਰ ਦਾ ਮੇਲਾ। ਫਿਰ ਕਲਚਰ ਮੇਲੇ ਵੀ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਮੇਲਾ, ਸ਼ੌਂਕੀ ਮੇਲਾ, ਮਤਲਬ ਇਸ ਤਰ੍ਹਾਂ ਦੇ ਮੇਲੇ ਵੀ ਲੱਗਣ ਲੱਗੇ। ਪਰ ਹੌਲੀ 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 ਪੰਜਾਬ ਸਥਿਤੀ ਹੈ ਜਿਹੜੀ ਇਕੱਲੇ ਪੰਜਾਬ ਦੀ ਨਹੀਂ, ਸਮੁੱਚਾ ਜਿਹੜਾ ਵਾਤਾਵਰਨ ਬਦਲ ਗਿਆ ਕਿ ਇਲੈਕਟ੍ਰੋਨਿਕ ਮੀਡੀਆ ਆ ਗਿਆ, ਠੀਕ ਹੈ, ਸੋਸ਼ਲ ਮੀਡੀਆ ਆ ਗਿਆ। ਇਹਦੇ ਆਉਣ ਦੇ ਨਾਲ ਤੇ ਲੋਕਾਂ ਦੇ ਰੁਝੇਵੇਂ ਵਧਣ ਦੇ ਨਾਲ ਉਹ ਮੇਲਿਆਂ ਦੀ ਦਿੱਖ ਪਹਿਲਾਂ ਵਾਲੀ ਨਹੀਂ ਰਹੀ। ਲੋਕਾਂ ਕੋਲੇ ਟਾਈਮ ਹੀ ਨਹੀਂ। ਮਤਲਬ ਮੈਂ ਉਹ ਮੇਲੇ ਵੀ ਦੇਖਿਆ ਕਿਉਂਕਿ ਮੈਂ ਪੰਜਾਬ ਦੇ ਸਾਰੇ ਮੇਲਿਆਂ ਨੂੰ ਲਗਭਗ ਮਤਲਬ ਮੇਲਿਆਂ ਤੇ ਜਾਣ ਦਾ ਮੈਨੂੰ ਮੌਕਾ ਮਿਲਿਆ। ਮਤਲਬ ਉਹ ਵੇਲਾ ਵੀ ਸੀ ਜਦੋਂ ਪੰਜਾਬ ਦੇ 40-40 ਮੀਲ ਤੋਂ ਮਤਲਬ 100-100 ਮੀਲ ਤੋਂ ਲੋਕ ਚੱਲ ਕੇ ਮੇਲੇ ਵੇਖਣ ਜਾਂਦੇ ਸੀ। ਪ੍ਰੋਫੈਸਰ ਮੋਹਨ ਸਿੰਘ ਦੇ ਮੇਲੇ ਦੇ ਵਿੱਚ ਜਾਂ ਸਾਡੇ ਉੱਥੇ ਵਿਸਾਖੀ ਦਾ ਮੇਲਾ ਲੱਗਦਾ, ਉੱਥੇ ਲੋਕ ਮਤਲਬ ਦੂਰੋਂ ਪਿੰਡਾਂ ਦੇ ਵਿੱਚੋਂ ਆ ਕੇ ਦੇਖਦੇ ਸੀ, ਟਾਈਮ ਕੱਢਦੇ ਸੀ। ਪਰ ਹੁਣ ਲੋਕਾਂ ਕੋਲ ਟਾਈਮ ਨਹੀਂ ਤੇ ਇਸ ਤਰ੍ਹਾਂ ਨਹੀਂ, ਕਿਉਂਕਿ ਲੋਕਾਂ ਕੋਲੇ ਐਂਟਰਟੇਨਮੈਂਟ ਦਾ ਸਾਧਨ ਹੱਥ ਦੇ ਵਿੱਚ ਆ ਗਿਆ। ਮੋਬਾਈਲ ਦੇ ਵਿੱਚ ਹਰ ਤਰ੍ਹਾਂ ਦਾ ਗੀਤ ਹੈ, ਜਿਹਨੂੰ ਮਰਜ਼ੀ ਤੁਸੀਂ ਉਹਨੂੰ ਕਲਿੱਕ ਕਰੋ, YouTube ਤੇ ਜਾਓ, ਫਲਾਨਾ ਗੀਤ ਸੁਣਨਾ ਸੁਣ ਲਓ। ਇਹ ਸੁਖਾਲਾ ਹੀ ਹੋ ਗਿਆ ਕਰਕੇ ਮੇਲਿਆਂ ਦੀ ਉਹ ਦਿੱਖ ਨਹੀਂ ਰਹੀ। ਪਰ ਉਹ ਜਿਹੜਾ ਐਂਟਰਟੇਨਮੈਂਟ ਆ ਉਵੇਂ ਹੀ ਹੋ ਰਿਹਾ, ਉਹ ਕਲਚਰ ਦਾ ਜਿਹੜਾ ਪਸਾਰ ਆ ਉਵੇਂ ਹੋ ਰਿਹਾ, ਲੇਕਿਨ ਹੁਣ ਉਹ ਇਲੈਕਟ੍ਰੋਨਿਕ ਮੀਡੀਆ ਰਾਹੀਂ ਹੋ ਰਿਹਾ। ਇਸ ਕਰਕੇ ਵੱਡੇ ਮੇਲੇ ਹੁਣ ਨਹੀਂ ਲੱਗਦੇ ਬਹੁਤੇ। ਜੀ ਸਰ ਪਹਿਲਾਂ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਪੜ੍ਹੇ ਵੀ ਹੋ, ਫਿਰ ਤੁਸੀਂ ਸਰਵਿਸ ਵੀ ਕੀਤੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ, ਤੇ ਹੁਣ ਤੁਸੀਂ ਸਰਵਿਸ ਕਰ ਰਹੇ ਹੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ। ਤੁਸੀਂ ਆਪਣੀ ਨੌਕਰੀ ਦੇ ਨਾਲ ਸਰ ਪੰਜਾਬ ਦਾ ਜਿਹੜਾ ਵਿਰਸਾ ਹੈ ਉਹਦੇ ਵਿੱਚ ਕਿੱਦਾਂ ਯੋਗਦਾਨ ਪਾ ਰਹੇ ਹੋ? ਇਹ ਦੇਖੋ, ਨੌਕਰੀ ਤਾਂ ਇੱਕ ਮੇਰੇ ਲਈ ਸੁਭਾਗ ਹੈ। ਮੈਂ ਸਮਝਦਾ ਕਿ ਮੇਰਾ ਰੁਜ਼ਗਾਰ ਹੈ, ਭਾਵੇਂ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸੀ, ਭਾਵੇਂ ਮੈਂ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹਾਂ। ਅਤੇ ਮੈਂ ਆਪਣੀ ਸਰਵਿਸ ਦੇ ਨਾਲ ਮੇਰਾ ਇਹ ਹੈ ਕਿ ਮੈਂ ਇੱਕ ਲੇਖਕ ਦੇ ਤੌਰ 'ਤੇ, ਇੱਕ ਕਲਾਕਾਰ ਦੇ ਤੌਰ 'ਤੇ ਮੈਂ ਵਿਚਰਦਾ। ਉਹ ਟਾਈਮ ਮੈਂ ਆਪਣੇ ਟਾਈਮ ਦੇ ਵਿੱਚੋਂ ਕਰਦਾ, ਕਿਉਂਕਿ ਦੇਖੋ ਜਿਹੜੇ ਤੁਹਾਡੇ ਅੰਦਰ ਇੱਕ ਹੁੰਦੀ ਆ ਭੁੱਖ, ਜਾਂ ਅੰਦਰ ਤੁਹਾਡੇ ਅੰਦਰ ਇੱਕ ਤਮੰਨਾ ਹੁੰਦੀ ਹੈ ਕਿ ਤੁਸੀਂ ਸਮਾਜ ਦੇ ਵਿੱਚ ਇਸ ਤਰ੍ਹਾਂ ਸਰਵ ਕਰੋ, ਤਾਂ ਮੈਂ ਵੀ ਜੇ ਮੈਂ ਲਿਖਣਾ ਤਾਂ ਆਪਣੇ ਘਰੇ ਬਹਿ ਕੇ ਲਿਖਦਾ ਹੈ ਨਾ। ਅਤੇ ਜਾਂ ਜੇ ਮੈਨੂੰ ਕੁਛ ਮਤਲਬ ਜਿਵੇਂ TV ਪ੍ਰੋਗਰਾਮ ਕਰਨੇ ਆ, ਸਟੇਜ ਪ੍ਰੋਗਰਾਮ ਕਰਨੇ ਆ, ਤਾਂ ਉਹਦਾ ਮੈਨੂੰ ਨਾਲ ਦੀ ਨਾਲ ਮੌਕਾ ਮਿਲਦਾ ਰਹਿੰਦਾ। ਔਰ ਮੈਂ ਇਸ ਗੱਲ 'ਤੇ ਮੈਨੂੰ ਤਸੱਲੀ ਆ ਕਿ ਮੈਂ ਆਪਣੀ ਨੌਕਰੀ ਦੇ ਦੌਰਾਨ ਆਪਣੀ ਸੱਭਿਆਚਾਰ ਨੂੰ, ਆਪਣੇ ਵਿਰਸੇ ਨੂੰ, ਜਾਂ ਕਲਾ ਦੇ ਖੇਤਰ ਦੇ ਵਿੱਚ ਜਿੰਨਾ ਕੁ ਮੈਂ ਯੋਗਦਾਨ ਪਾ ਸਕਦਾ ਮੈਂ ਉਹ ਪਾ ਰਿਹਾ। ਅਤੇ ਮੈਂ ਇਸ ਗੱਲੋਂ ਵੀ ਖੁਸ਼ਕਿਸਮਤ ਹਾਂ ਕਿ ਮੇਰੀ ਜਿਹੜੀ ਨੌਕਰੀ ਆ ਉਹ ਵੀ ਕਲਚਰ ਨਾਲ ਜੁੜੀ ਆ, ਕਿ ਮੈਂ ਪੰਜਾਬ ਦੇ ਜਿਹੜੇ ਕਾਲਜ ਆ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਜੁੜੇ, ਉਹਨਾਂ ਦੇ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਹੈ ਉਹਨਾਂ ਨੂੰ ਕੋਆਰਡੀਨੇਟ ਕਰਨਾ, ਉਹਨਾਂ ਨੂੰ ਵਿਉਂਤਬੰਦੀ ਉਹਨਾਂ ਦੀ ਕਰਨੀ ਆ। ਅਤੇ ਉਹਦੇ ਨਾਲ ਮੈਨੂੰ ਇਹ ਮੌਕਾ ਮਿਲਦਾ ਕਿ ਮੈਂ ਬਹੁਤ ਸਾਰੇ ਨੌਜਵਾਨਾਂ ਨੂੰ ਉਸ ਪ੍ਰੋਗਰਾਮ ਦੇ ਨਾਲ ਜੋੜਨ ਦੇ ਵਿੱਚ ਆਪਣਾ ਯੋਗਦਾਨ ਆ ਜਿਹੜਾ ਉਹ ਪਾ ਰਿਹਾ। ਜੀ ਸਰ, ਜਿੱਦਾਂ ਕਿ ਪਹਿਲਾਂ ਜਿਹੜੀ ਗਾਇਕੀ ਹੁੰਦੀ ਸੀ ਉਹ ਪੰਜਾਬੀ ਵਿਰਸੇ ਦੇ ਨਾਲ ਬਹੁਤ ਜੁੜੀ ਹੁੰਦੀ ਸੀ, ਬਹੁਤ ਇੱਕ ਸੱਭਿਆਚਾਰਕ ਗਾਇਕੀ ਹੁੰਦੀ ਸੀ, ਤੇ ਅੱਜ ਕੱਲ੍ਹ ਜਿੱਦਾਂ ਤੁਸੀਂ ਜਾਣਦੇ ਹੋ ਕਿ ਕਲਾਕਾਰ ਬਹੁਤ ਖੜਕਾ ਦੜਕਾ ਹੋ ਰਿਹਾ, ਛੋਟੇ ਬੱਚੇ ਆ ਜਿਹੜੇ ਉਹ ਆਪਣੇ ਘਰਾਂ ਦੇ ਵਿੱਚ ਮਤਲਬ ਇੱਦਾਂ ਦੀਆਂ ਗਾਇਕੀਆਂ ਸੁਣ ਕੇ ਉਹ ਬਹੁਤ ਪ੍ਰਭਾਵਿਤ ਹੁੰਦੇ ਨੇ। ਤੇ ਸਰ ਤੁਹਾਨੂੰ ਕੀ ਲੱਗਦਾ ਕਿ ਉਸ ਜੋ ਪਹਿਲਾਂ ਸਮੇਂ ਦੀ ਗਾਇਕੀ ਸੀ ਤੇ ਅੱਜ ਦੀ ਸਮੇਂ ਦੀ ਗਾਇਕੀ ਹੈ ਉਹਦੇ ਵਿੱਚ ਕੀ ਤਬਦੀਲੀ ਆਈ ਹੈ, ਤੇ ਤੁਹਾਨੂੰ ਕੀ ਲੱਗਦਾ ਕਿ ਇਹ ਤਬਦੀਲੀ ਸਹੀ ਹੈ? ਦੇਖੋ, ਗੱਲ ਇਹ ਆ ਵੀ ਇਹ ਜਿਹੜੀ ਤਬਦੀਲੀ ਆ ਇਹ ਕਿਸੇ ਹੱਦ ਤੱਕ ਇਹਨੂੰ ਅਸੀਂ ਸਹੀ ਮੰਨ ਲੈਂਦੇ ਹਾਂ, ਕਿਉਂਕਿ ਸਾਡੀ ਜਿਹੜੀ ਕਲਾਕਾਰੀ ਆ ਜਾਂ ਸਾਡਾ ਜਿਹੜਾ ਗੀਤ ਸੰਗੀਤ ਹੈ ਉਹਦੇ 'ਤੇ ਸਾਡੇ ਸਮਾਜ ਦਾ ਪ੍ਰਭਾਵ ਹੁੰਦਾ ਆਮ ਤੌਰ 'ਤੇ। ਜੇ ਸਮਾਜ ਦੇ ਵਿੱਚ ਬਹੁਤ ਕੁਝ ਚੰਗਾ ਵਾਪਰ ਰਿਹਾ ਤਾਂ ਨੈਚੁਰਲੀ ਸਾਡਾ ਗੀਤ ਸੰਗੀਤ ਵੀ ਚੰਗਾ ਹੋਊ। ਜਿਹੜੇ ਸਾਡੇ ਹੁਣ ਗਾਉਣ ਵਾਲੇ ਕੁਝ ਇਸ ਤਰ੍ਹਾਂ ਦੇ ਗੀਤ ਗਾ ਦਿੰਦੇ ਆ, ਖੜਕੇ ਦੜਕੇ ਵਾਲੇ ਜਾਂ ਲੜਾਈ ਝਗੜੇ ਵਾਲੇ, ਤਾਂ ਨੈਚੁਰਲੀ ਸਾਨੂੰ ਸੋਚਣਾ ਪਊਗਾ ਕਿ ਉਹ ਸਾਡੇ ਸਮਾਜ ਦੇ ਵਿੱਚੋਂ ਕਿਤੇ ਨਾ ਕਿਤੇ ਚੱਕਦੇ ਆ। ਵੀ ਜੇ ਕਿਤੇ ਲੜਾਈ ਹੁੰਦੀ ਆ, ਲੋਕ ਸ਼ਰਾਬ ਪੀਂਦੇ ਤਾਂ ਉਹ ਵੀ ਚੱਕ ਲੈਂਦੇ ਆ।
ਇਹਨੂੰ ਅਸੀਂ ਕਿਸੇ ਹੱਦ ਤੱਕ ਜਾਇਜ਼ ਮੰਨਦੇ ਹਾਂ, ਪਰ ਜ਼ਿਆਦਾ ਹੱਦ ਤੱਕ ਮੈਂ ਜਾਇਜ਼ ਤਾਂ ਨਹੀਂ ਮੰਨਦਾ ਕਿ ਇਹਦੇ 'ਚ ਹੁਣ ਵਪਾਰੀ ਲੋਕ ਸ਼ਾਮਲ ਹੋ ਗਏ। ਬਿਲਕੁਲ। ਪਹਿਲਾਂ ਸਾਡੇ ਗੀਤ ਸੰਗੀਤ ਦੇ ਵਿੱਚ ਵਪਾਰੀ ਲੋਕ ਬਹੁਤ ਘੱਟ ਹੁੰਦੇ ਸੀ ਜੀ, ਠੀਕ ਹੈ। ਸਾਡੇ ਗੀਤ ਜਿਹੜੇ ਸੀ ਉਹ ਮਿਸ਼ਨਰੀ ਗਾਉਣ ਵਾਲੇ ਸੀਗੇ, ਮਿਸ਼ਨਰੀ ਲਿਖਣ ਵਾਲੇ ਲੋਕ ਸੀ, ਦਰਵੇਸ਼ ਬੰਦੇ ਸੀ। ਲਾਲ ਚੰਦ ਜਵਲਾ ਜੱਟ ਹੋਣੀ, ਸੁਰਿੰਦਰ ਕੌਰ, ਪ੍ਰਕਾਸ਼ ਕੌਰ ਦੇ ਗੀਤ ਸੁਣਨੇ, ਹੈ ਨਾ, ਗੁਰਦਾਸ ਮਾਨ ਤੱਕ ਬਹੁਤ ਸਾਰੇ ਹੁਣ ਵੀ ਗਾਇਕ ਹੈਗੇ ਆ। ਅੱਜ ਵੀ ਸਾਡੀ ਨੌਜਵਾਨ ਪੀੜ੍ਹੀ ਦੇ ਵਿੱਚ ਬਹੁਤ ਸਾਰੇ ਗਾਇਕ ਤੇ ਗੀਤਕਾਰ ਇਸ ਤਰ੍ਹਾਂ ਦੇ ਆ ਜਿਨ੍ਹਾਂ ਤੇ ਅਸੀਂ ਮਾਣ ਕਰ ਸਕਦੇ ਹਾਂ। ਬਹੁਤ ਲੰਮੀ ਲਿਸਟ ਆ ਹਾਲਾਂਕਿ ਉਹਨਾਂ ਦੀ, ਤੇ ਜਿਹੜੇ ਖੜਕੇ ਤੜਕੇ ਵਾਲੇ ਆ ਨਾ ਉਹ ਥੋੜੇ ਆ, ਇੱਕ ਦੋ ਆ। ਉਹਨਾਂ ਨੂੰ ਵਪਾਰਕ ਕੰਪਨੀਆਂ ਜਿਹੜੀਆਂ ਉਹਨਾਂ ਨੇ ਅਸਲ 'ਚ ਨੌਜਵਾਨ ਪੀੜ੍ਹੀ ਦੇ ਸਾਹਮਣੇ ਜਦੋਂ ਕੋਈ ਰਸਤਾ ਨਹੀਂ, ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਦੀ ਮਾਰ ਵਿੱਚ ਆ ਗਈ। ਨੌਜਵਾਨ ਪੀੜ੍ਹੀ ਹੈ ਜਿਹੜੀ ਸਾਡੀ, ਉਹ ਉਹਨਾਂ ਨੂੰ ਮੁਹੱਬਤ ਕਰਦੀ ਆ, ਉਹਨਾਂ ਨੂੰ ਪਿਆਰ ਕਰਦੀ ਆ, ਤੇ ਉਹਨਾਂ ਦੇ ਇਮੋਸ਼ਨਸ ਜਿਹੜੇ ਆ ਨੌਜਵਾਨ ਪੀੜ੍ਹੀ ਦੇ, ਉਹ ਫਿਰ ਉਹ ਕੈਸ਼ ਕਰ ਜਾਂਦੇ ਆ। ਸੋ ਮੈਂ ਤੁਹਾਡੇ ਪਲੇਟਫਾਰਮ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਇਹ ਬੇਨਤੀ ਕਰਾਂਗਾ ਕਿ ਤੁਸੀਂ ਸੁਹਿਰਦਤਾ ਦੇ ਨਾਲ ਉਹਨਾਂ ਕਲਾਕਾਰਾਂ ਦੀ ਕਦਰ ਕਰੋ ਜਿਹੜਾ ਚੰਗਾ ਗਾ। ਜਦੋਂ ਤੁਸੀਂ ਉਹਨਾਂ ਦੀ ਕਦਰ ਕਰੋਗੇ ਤਾਂ ਮਾੜਾ ਗਾਉਣ ਵਾਲੇ ਜਿਹੜੇ ਆ ਉਹ ਆਪੇ ਪਿੱਛੇ ਹਟ ਜਾਣਗੇ। ਸੋ ਇਹ ਜਿਹੜੀ ਤਬਦੀਲੀ ਆ ਨਾ, ਮਤਲਬ ਜਿਹੜੀ ਖਾਸ ਤੌਰ ਤੇ ਕਲਾਕਾਰੀ ਦੇ ਵਿੱਚ, ਖਾਸ ਤੌਰ ਤੇ ਕਿਸੇ ਮਤਲਬ ਪੇਸ਼ਕਾਰੀ ਦੇ ਵਿੱਚ ਕੋਈ ਵਾਇਲੈਂਸ ਆ ਜਾਣਾ, ਲੜਾਈ ਝਗੜੇ ਦੀ ਗੱਲ ਹੋਣੀ, ਮਾਰਨ ਮਰਾਉਣ ਦੀ ਗੱਲ ਹੋਣੀ, ਸ਼ਰਾਬਾਂ ਦੀ ਗੱਲ ਹੋਣੀ, ਗੰਡਾਸਿਆਂ ਦੀ ਗੱਲ ਹੋਣੀ, ਇਹ ਕਿਸੇ ਵੀ ਸਮਾਜ ਲਈ ਮੱਦਭਾਗੀ ਹੁੰਦੀ ਆ, ਮਾੜੀ ਹੁੰਦੀ ਆ। ਇਹਦੇ ਜਿਹੜੇ ਸਿੱਟੇ ਆ ਉਹ ਬਹੁਤ ਗੰਭੀਰ ਨਿਕਲਦੇ ਆ ਬਾਅਦ ਦੇ ਵਿੱਚ। ਤੁਸੀਂ ਤਾਂ ਗੀਤਾਂ ਨੂੰ ਦੇਖ ਕੇ ਕਈ ਵਾਰੀ ਲੜਾਈਆਂ ਕਰ ਲੈਂਦੇ ਆ, ਉਹ ਤਾਂ ਗੀਤ ਹੁੰਦੇ ਆ, ਉਹ ਤਾਂ ਇੱਕ ਐਕਟਿੰਗ ਕਰਦੇ ਹੁੰਦੇ ਆ, ਤੇ ਤੁਸੀਂ ਸੱਚੀ ਵਿੱਚ ਲੜ ਕੇ ਆਪਸ ਵਿੱਚ ਦੁਸ਼ਮਣੀਆਂ ਪਾ ਲੈਂਦੇ ਆ। ਸੋ ਸਾਡੇ ਨੌਜਵਾਨਾਂ ਨੂੰ ਕਿ ਸਾਡੇ ਸਾਰੇ ਲੋਕਾਂ ਨੂੰ ਇਸ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ। ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੱਕ ਵੈਲਿਊਏਬਲ ਟਾਈਮ ਦੇਣ ਲਈ ਸਾਡੇ ਚੈਨਲ ਵਾਸਤੇ। ਮੈਂ ਸੁਧੀਰ ਜੀ ਤੁਹਾਡਾ ਵੀ ਔਰ ਇਸ ਚੈਨਲ ਦਾ ਵੀ, ਮਤਲਬ ਕੇ ਮਾਡਲਸ ਵੱਲੋਂ ਤੁਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਪੇਸ਼ ਕਰ ਰਹੇ ਆ, ਮੈਨੂੰ ਖੁਸ਼ੀ ਹੈ ਕਿ ਤੁਸੀਂ ਕੇ ਮਾਡਲਸ ਦੇ ਰਾਹੀਂ ਸਾਡੀ ਨੌਜਵਾਨ ਪੀੜ੍ਹੀ ਨੂੰ, ਹੈ ਨਾ, ਸਾਡੇ ਲੋਕਾਂ ਨੂੰ ਕਲਾ ਦੇ ਨਾਲ ਜੋੜ ਰਹੇ ਆ। ਭਾਵੇਂ ਉਹ ਸੰਗੀਤ ਦੇ ਨਾਲ ਜੋੜੋ, ਭਾਵੇਂ ਮਾਡਲਿੰਗ ਦੇ ਨਾਲ ਜੋੜੋ, ਫਿਲਮਾਂ ਦੇ ਨਾਲ ਜੋੜੋ। ਇਹ ਚੰਗੀ ਗੱਲ ਹੈ ਕਿ ਜਦੋਂ ਤੁਸੀਂ ਇਸ ਨੌਜਵਾਨ ਪੀੜ੍ਹੀ ਨੂੰ ਹੁਨਰ ਵਾਲੇ ਪਾਸੇ ਲਾਉਣੇ ਆ ਤਾਂ ਉਹਦੇ ਵਿੱਚੋਂ ਸਾਨੂੰ ਕੁਛ ਨਾ ਕੁਛ ਪੋਜ਼ਿਟਿਵ ਮਿਲਦਾ। ਸੋ ਇਸ ਚੈਨਲ ਦੇ ਨਾਲ ਸਾਰੇ ਜੁੜੇ ਦੋਸਤਾਂ ਨੂੰ ਮੇਰਾ ਵੀ ਬਹੁਤ ਬਹੁਤ ਧੰਨਵਾਦ, ਔਰ ਮੈਂ ਬੇਨਤੀ ਕਰਾਂਗਾ ਕਿ ਇਸ ਚੈਨਲ ਦੇ ਨਾਲ ਜੁੜ ਕੇ ਇਸੇ ਤਰ੍ਹਾਂ ਤੁਸੀਂ ਜਿਹੜਾ ਹੈਗਾ ਉਹ ਆਪਣੇ ਕਲਚਰ ਦੀ, ਸੰਗੀਤ ਦੀ, ਕਲਾ ਦੀ ਸੇਵਾ ਦੇ ਨਾਲ ਜੁੜੇ ਰਹੋ ਜੀ। ਸ਼ੁਕਰੀਆ ਸਰ, ਬਹੁਤ ਬਹੁਤ।